Round for our Chief Minister as well. Neha, once again, thank you very much. पास है कि जो हमारे नागरिक हैं संगरूर पंजाब में, they will be able to breathe cleaner air, but they will also contribute to India's COP26 climate change targets of total projected carbon emissions by 1 billion tons from now to 2030, achieving the target of net zero by 2070. ये प्लांट हमारे केंद्रीय सरकार की फ्रेमवर्क में कहां बैठता है? It will benefit the Government of India's support for CBG-based rural economy. We had earlier increased the rate of compressed biogas plants under the Satat scheme. We had raised it from 46 rupees per kilo to 54 rupees per kilo. During CBG production bundled with fertilizers like urea. ਮੈਨੂੰ ਪਤਾ ਜੀ ਉਹ ਸਾਨੀ ਭੇਜੀ ਸੀ। ਮੇਰਾ ਨਾਮ ਜਗਦੇਵ ਸਿੰਘ, ਪਿੰਡ ਇਕਾਈ ਪ੍ਰਧਾਨ ਪਟਾਲ ਕਲਾਂ, ਰਾਹਤ ਜਥੇਬੰਦੀ। ਤਾਂ ਜੀ ਪਿੰਡ ਦੇ ਵਿੱਚ ਕੀ ਕਾਰਨ ਹੈ ਵੀ ਕਿਸਾਨਾਂ ਨੂੰ ਫੈਕਟਰੀ ਹੋਣ ਦੇ ਬਾਵਜੂਦ ਵੀ ਪਰਾਲੀ ਨਹੀਂ ਚੱਕੀ ਜਾ ਰਹੀ, ਅੱਗ ਲਾਉਣੀ ਪੈ ਰਹੀ ਹੈ? ਅੱਗ ਲਾਉਣ ਦਾ ਮਸਲਾ ਇਹ ਹੈ ਵੀ ਜਿਹੜਾ 2-4 ਕਿੱਲਿਆਂ ਵਾਲਾ ਹੈ ਇਹਨੂੰ ਮਜਬੂਰੀ ਹੋ ਗਈ ਕਿ ਇਹ ਵੱਡਾ ਸੰਦ ਨਹੀਂ ਲੈ ਸਕਦਾ। ਗੌਰਮੈਂਟ ਕਹਿੰਦੀ ਹੈ ਵੀ ਅਸੀਂ ਹੈਪੀ ਸੀਡਰ ਦੇਤੇ, ਸਬਸਿਡੀ ਦੇਤੀ, ਇਹਨਾਂ ਨੂੰ ਕੋਈ ਸਬਸਿਡੀ ਨਹੀਂ, ਕੋਈ ਉਹ ਨਹੀਂ, ਇਹ ਆਪਦੇ ਬੰਦਿਆਂ ਨੂੰ ਦਿੰਦੇ ਨੇ ਜਿਹੜੀ ਸਬਸਿਡੀ ਵੀ ਦਿੰਦੇ ਨੇ। ਤੇ ਛੋਟਾ ਕਿਸਾਨ ਤਾਂ ਕੋਈ ਪਾਸੇ ਵੀ ਨਹੀਂ ਹੈਗਾ। ਜੇ 9-10 ਲੱਖ ਦਾ ਟਰੈਕਟਰ ਆਉਂਦਾ ਹੈ, 3-4 ਲੱਖ ਦਾ ਇਹ ਹੈਪੀ ਸੀਡਰ ਬਣਾ ਰੱਖਿਆ, ਇਹ ਸਬਸਿਡੀ ਆਉਂਦੀ ਨਹੀਂ। 12-13 ਲੱਖ 'ਚ ਕਿਵੇਂ ਲਊਗਾ ਛੋਟਾ ਜਿਹੜਾ 2-3 ਕਿੱਲਿਆਂ ਵਾਲਾ ਕਿਸਾਨ ਹੈ? ਜਿਹੜੇ 20-30 ਕਿੱਲਿਆਂ ਵਾਲੇ ਨੇ ਉਹ ਤਾਂ ਲੈ ਸਕਦੇ ਨੇ। ਤੇ ਉਹਨਾਂ ਨੂੰ ਕਹਿੰਦੇ ਆ ਅਸੀਂ ਵੀ ਉਹ ਅੱਗ ਨਾ ਲਾਉਣ, ਜਿਹੜੇ 20-30 ਕਿੱਲਿਆਂ ਵਾਲੇ ਨੇ ਉਹ ਨਾ ਲਾਉਣ, ਵਿੱਚ ਵਾਹ ਸਕਦੇ ਨੇ। ਜਿਹੜੇ 5-4 ਕਿੱਲਿਆਂ ਵਾਲੇ ਨੇ ਉਹਨਾਂ ਮਜਬੂਰੀ ਬਣ ਗਈ ਕਿ ਉਹ ਨਾ ਸੰਦ ਲੈ ਸਕਦੇ ਨੇ, ਨਾ ਉਹ ਮਤਲਬ ਵਿੱਚ ਵਾਹ ਸਕਦੇ ਨੇ। ਜੇ ਕਿਰਾਏ ਤੇ ਵਾਹਣ ਤਾਂ 3000 ਨੂੰ ਕਿੱਲਾ ਬਣਦਾ, 3000 ਨੂੰ ਦੇ ਕੇ ਕੀ ਖੱਟੂਗਾ ਉਹ? ਕਿੰਨੀ ਗੱਡੀ ਆਮਦਨ ਹੈ? ਕਿਸਾਨੀ ਤਾਂ ਪਹਿਲੀ ਫੇਲ ਹੋਈ ਪਈ ਹੈ। ਜਿਹੜੀ ਨੇੜੇ ਫੈਕਟਰੀ ਲੱਗੀ ਹੈ ਉਹਦਾ ਕਿੰਨਾ ਕਸਰ ਹੈ, ਕਿੰਨੀ ਕੁ ਪਰਾਲੀ ਚੱਕੀ ਜਾ ਰਹੀ ਹੈ? ਨਹੀਂ, ਕੋਈ ਪਰਾਲੀ ਨਹੀਂ ਚੱਕਦੇ ਇਹਨਾਂ ਨੇ ਤਾਂ ਬੁਰਾ ਹਾਲ ਕਰ ਰੱਖਿਆ। ਜਿੱਥੇ ਬਣਾਉਂਦੇ ਨੇ ਗੰਢਾਂ ਉੱਥੇ ਪਈਆਂ ਨੇ, ਉਹ ਨਹੀਂ ਚੱਕਦੇ। ਹੁਣ 5-4 ਦਿਨਾਂ 'ਚ ਜ਼ਮੀਨ ਵਾਹਣ ਵਾਲੀ ਹੋ ਜਾਂਦੀ ਹੈ, 8-10 ਦਿਨ ਦੇ ਚੱਕਦੇ ਨਹੀਂ ਹੈਗੇ। ਇਹ ਨਾ ਲਾਮ ਹੋਣ, ਐਮ ਨਹੀਂ ਰੋੜ ਕੇ ਪਰਾਂ ਕਰ ਦੂਗਾ ਅਗਲਾ। ਐਡੇ ਪਿੰਨੇ ਨੇ ਇਹ, ਛੋਟੇ ਤਾਂ ਅਗਲਾ ਚਕਾ ਵੀ ਦਿੰਦਾ ਦਿਹਾੜੀ ਧੂੜੀ ਲਾ ਕੇ, ਪਰ ਇਹ ਨਹੀਂ ਚੱਕੇ ਜਾਂਦੇ। ਤਾਂ ਕਿਵੇਂ ਦੇਖਦੇ ਹੋ ਕਿ ਹੁਣ ਛੋਟੇ ਕਿਸਾਨਾਂ ਲਈ ਕੀ ਰਾਹ ਬਚਿਆ ਕਿ ਅੱਗ ਲਾਉਣ ਤੋਂ ਬਿਨਾਂ? ਦੇਖੋ, ਅੱਗ ਤਾਂ ਮਜਬੂਰੀ ਹੈ। ਅਸੀਂ ਐਂ ਨਹੀਂ ਕਹਿੰਦੇ ਵੀ ਅੱਗ ਲਾਈਏ, ਸਾਡਾ ਵੀ ਜੀ ਨਹੀਂ ਕਰਦਾ ਕਿ ਅੱਗ ਲਾਉਣ ਨੂੰ, ਵੀ ਧਰਤੀ ਨੂੰ ਫੂਕਣਾ, ਪਰ ਮਜਬੂਰੀ ਦੇ ਕਾਰਨ ਸਾਨੂੰ ਸਾਰਾ ਕੁਝ ਕਰਨਾ ਪੈਂਦਾ। ਜੇ ਨਾ ਲਾਈਏ ਤਾਂ ਸਾਡੀ ਕਣਕ ਨਹੀਂ ਬੀਜਦੀ, ਫਿਰ ਲਾਈਏ ਤਾਂ ਗੌਰਮੈਂਟ ਕਹਿੰਦੀ ਆ ਅੱਗ ਕਿਉਂ ਲਾਉਂਦੇ ਹੋ। ਅਸੀਂ ਜਾਈਏ ਤਾਂ ਜਾਈਏ ਕਿਹੜੇ ਪਾਸੇ? ਕੀ ਨਾਮ ਹੈ ਜੀ?
ਮੇਰਾ ਨਾਮ ਜੀ ਗੋਬਿੰਦ ਸਿੰਘ ਪੰਧੇਰ, ਪਿੰਡ ਕਾਈ ਪਟਾਲ ਕਲਾਂ ਸੰਗਰੂਰ ਤੋਂ ਉਗਰਾਹਾਂ ਜਥੇਬੰਦੀ। ਪ੍ਰਧਾਨ ਜੀ, ਪਿੰਡ ਪਟਾਲ ਕਲਾਂ 'ਚ ਬਾਇਓਗੈਸ ਫੈਕਟਰੀ ਜਿਹੜੀ ਲੱਗੀ ਸੀਗੀ ਤਾਂ ਕਿੰਨਾ ਕੁ ਅਸਰ ਹੈ ਜਿਹੜਾ ਪਰਾਲੀ ਦਾ ਇਹਦੇ ਨਾਲ ਹੋ ਰਿਹਾ, ਕਿ ਕਿੰਨਾ ਕਿਸਾਨਾਂ ਨੂੰ ਫਾਇਦਾ ਹੋ ਰਿਹਾ ਹੈ? ਕੋਈ ਜ਼ਿਆਦਾ ਕਿਸਾਨਾਂ ਨਹੀਂ ਹੈਗਾ, ਕਿਸਾਨਾਂ ਨੂੰ ਕੋਈ ਤਾਂ ਜ਼ਿਆਦਾ ਫਾਇਦਾ ਨਹੀਂ ਹੋ ਰਿਹਾ ਜੀ। ਉਹ ਤੁਹਾਡੇ ਸਾਹਮਣੇ ਹੀ ਅੱਗ ਲੱਗ ਰਹੀ ਹੈ, ਮਜਬੂਰੀ ਕਾਰਨ ਅੱਗ ਲਾ ਰਹੇ ਨੇ ਕਿਸਾਨ, ਕਿਉਂਕਿ ਕਿਸੇ ਦਾ ਰਸਤਾ ਨਹੀਂ ਪੈਂਦਾ, ਦੂਰ ਦਾ ਬਹਾਨਾ ਬਣਾਉਂਦੇ ਨੇ। ਕਿਸੇ ਨੂੰ ਜੀ ਇਹ ਆਪਣਾ ਜਿਹੜਾ ਨੇੜੇ ਆ ਗਏ, ਹੁਣ ਉਹ ਨੇੜੇ ਤੋਂ ਵੀ ਅੱਗ ਲਾਉਣ ਲੱਗ ਰਹੇ ਨੇ ਲੋਕ, ਨੇੜੇ ਤਾਂ ਚੱਕ ਸਕਦੇ ਨੇ, ਪਰ ਇਹਨਾਂ ਦੀ ਪਤਾ ਨਹੀਂ ਕੀ ਮਜਬੂਰੀ ਹੈ ਬਿਰਬੋ ਵਾਲਿਆਂ ਦੀ। ਇਹ 60-60 ਕਿਲੋਮੀਟਰ ਤੱਕ ਵੀ ਜਾਂਦੇ ਨੇ, ਪਰ ਨੇੜੇ ਦੇ ਕਿਸਾਨ ਅੱਗ ਲਾਉਂਦੇ ਨੇ। ਕੀ ਕਾਰਨ ਕਿਹਾ ਜਾ ਰਿਹਾ ਵੀ ਜਿਹੜੇ ਛੋਟੇ ਕਿੱਲਿਆਂ ਵਾਲਾ ਕਿਸਾਨ ਹੈਗਾ ਉਹਨੂੰ ਸਭ ਤੋਂ ਵੱਧ ਜ਼ਰੂਰਤ ਸੀ, ਪਰ ਉਹਦੇ ਖੇਤ 'ਚੋਂ ਪਰਾਲੀ ਨਹੀਂ ਚੱਕੀ? ਇਹ ਵੀ ਸੱਚਾਈ ਹੈ ਜੀ। ਜਿਹੜਾ ਛੋਟਾ ਕਿਸਾਨ ਹੈ, ਹੁਣ ਵੱਡਾ ਹੈ, ਕਿਸੇ ਕੋਲ 30 ਕਿੱਲੇ ਹੈ, 40 ਕਿੱਲੇ ਹੈ, ਉਹ ਤਾਂ ਵੱਡਾ 3 ਸਪੀਡ ਟਰੈਕਟਰ ਵੀ ਲੈ ਲੂਗਾ। ਛੋਟਾ ਤਾਂ ਕਿਰਾਏ ਤੇ ਵੀ ਨਹੀਂ ਕਰਾ ਸਕਦਾ, ਹੁਣ 2500-3000 ਕਿੱਥੋਂ ਦੇਊਗਾ? ਹੁਣ ਤਾਂ ਛੇਕੜ ਲਈ ਅੱਗ ਲਾਉਣੀ ਪਊਗੀ। ਛੋਟੇ ਕਿਸਾਨ ਦੀ ਮਜਬੂਰੀ ਹੈ। ਅੱਜ ਸਾਡੀ ਵੀ ਕਿਸੇ ਦੀ ਵੀ ਕਿਸਾਨ ਦੀ ਲਾ ਲਓ ਤੁਸੀਂ, ਸਾਰੇ ਕਿਸਾਨਾਂ 'ਤੇ ਇੰਨਾ ਕੁ ਖਿੱਚਵਾਂ ਸਮਾਂ ਹੈ ਕਿ ਸਾਡੀ ਬੁੜੀ ਮਰ ਜੇ ਉਹ ਵੀ ਨਹੀਂ ਅਸੀਂ ਅਦਾ ਕਰ ਸਕਦੇ। ਹੁਣ ਅਸੀਂ ਜੇ ਕਹਿ ਦਈਏ ਵੀ ਹਫ਼ਤਾ ਰੁਕ ਜਾਓ, 10 ਦਿਨ ਰੁਕ ਜਾਓ, ਕਿੱਥੋਂ ਰੁਕ ਜੂਗਾ ਜ਼ਿਮੀਂਦਾਰ? ਉੱਪਰੋਂ ਬਿਜਾਈ ਦਾ ਸਮਾਂ ਆ ਰਿਹਾ, ਲੇਟ ਹੋ ਰਹੀ ਹੈ ਕਣਕ। ਕਿਸਾਨਾਂ ਦੇ ਖੇਤਾਂ 'ਚ ਗੰਢਾਂ ਪਈਆਂ ਨੇ, ਉਹ ਵੀ ਕਹਿੰਦੇ ਵੀ ਚੱਕੀਆਂ ਨਹੀਂ ਜਾ ਰਹੀਆਂ। ਉਹ ਵੀ ਹਾਂਜੀ, ਇਹ ਵੀ ਹੈ। ਬਹੁਤ ਕਿਸਾਨਾਂ ਦੀਆਂ ਸ਼ਿਕਾਇਤਾਂ ਨੇ ਵੀ ਸਾਡੀਆਂ ਜਿਹੜੀਆਂ ਗੰਢਾਂ ਨੇ 5-5 4-4 ਦਿਨ ਹੋ ਗਏ ਖੇਤਾਂ 'ਚ ਪਈਆਂ ਨੇ, ਹਾਲ ਤੱਕ ਚੱਕਣ ਨਹੀਂ ਆਏ। ਜ਼ਰੂਰ ਚੱਕਣੀਆਂ ਚਾਹੀਦੀਆਂ। ਸਾਡੇ ਪਿੰਡ ਦੀ ਵੀ ਜ਼ਮੀਨ ਦਿੱਤੀ ਹੋਈ ਹੈ ਇਹਨਾਂ ਨੂੰ ਪਟਾਲ ਕਲਾਂ ਤੋਂ, ਪਹਿਲ ਵੀ ਸਾਡੇ ਪਿੰਡ ਨੂੰ ਹੋਣੀ ਚਾਹੀਦੀ ਹੈ। ਹੁਣ ਬਾਹਰ ਕਿਉਂ ਜਾਂਦੇ ਨੇ? ਪਹਿਲਾਂ ਪਟਾਲ ਕਲਾਂ ਦੀ ਜ਼ਮੀਨ ਸਾਫ਼ ਕਰਨ, ਉਦੋਂ ਬਾਅਦ ਇਹ ਜਿੱਥੇ ਮਰਜ਼ੀ ਜਾਣ, ਚਾਹੇ 100 ਕਿਲੋਮੀਟਰ ਤੇ ਜਾਣ, ਸਾਨੂੰ ਕੋਈ ਇਤਰਾਜ਼ ਨਹੀਂ। ਪਰ ਮੁੱਖ ਮੰਤਰੀ ਸਾਹਿਬ ਨੇ ਤਾਂ ਕਿਹਾ ਸੀ ਵੀ 30 ਕਿਲੋਮੀਟਰ ਦਾ ਏਰੀਆ ਜਿਹੜਾ ਫੈਕਟਰੀ ਕਵਰ ਕਰੇਗੀ, 30 ਕਿਲੋਮੀਟਰ ਦੇ ਏਰੀਆ 'ਚੋਂ ਪਰਾਲੀ ਸਾਫ਼ ਕਰ ਦੇਵੇਗੀ। ਆਹ ਦੇਖ ਲਓ ਜੀ, 30 ਕਿਲੋਮੀਟਰ ਤੁਹਾਡੇ ਸਾਹਮਣੇ ਹੀ ਹੈ। 30 ਗੱਜ ਵੀ ਨਹੀਂ ਬਣਦੇ ਹੁਣ ਫੈਕਟਰੀ ਤੋਂ, ਜਿੱਥੇ ਅੱਗ ਲੱਗ ਰਹੀ ਹੈ। ਪਰ ਮਜਬੂਰੀ ਹੈ ਕਿਸਾਨ ਦੀ। ਮੁੱਖ ਮੰਤਰੀ ਸਾਹਿਬ ਤਾਂ ਉਹੀ ਦਾਅਵੇ ਕਰੀ ਜਾਂਦੇ ਨੇ, ਕਦੇ ਫਲਾਣੀ ਚੀਜ਼ ਦੇ ਦਾਂਗੇ, ਕਦੇ ਫਲਾਣੀ ਚੀਜ਼ ਦੇ ਦਾਂਗੇ। ਇਹ ਤਾਂ ਕੈਪਟਨ ਦੇ ਰਾਜ ਵੇਲੇ ਦੀ ਚੱਲ ਰਹੀ ਹੈ ਫੈਕਟਰੀ ਤਾਂ। ਉਹ ਤਾਂ ਪੋਲੀਟਿਕਸ ਕਰਨ ਆਈ ਸੀ, ਕਿ ਆਪਣੀ ਰਾਜਨੀਤੀ ਦਿਖਾਉਣ ਆਈ ਸੀ। ਉਹਨੇ ਕਿਹੜੇ ਤੇ ਪੈਸਾ ਖਰਚ ਕਰੇ? ਇਹ ਤਾਂ ਪਹਿਲਾਂ ਤੋਂ ਹੀ ਚੱਲ ਰਹੀ ਹੈ ਫੈਕਟਰੀ ਦਾ। ਤਾਂ ਨੰਬਰ ਬਣਾਉਣੇ ਨੇ, ਇੱਕ ਦੂਜੇ ਨੇ ਬਣਾਈ ਜਾਂਦੇ ਨੇ। ਛੋਟੇ ਕਿਸਾਨਾਂ ਨੂੰ ਵੀ ਤਾਂ ਫਾਇਦਾ ਹੋ ਰਿਹਾ ਹੈਗਾ। ਨਹੀਂ, ਹਾਲੇ ਤੱਕ ਤਾਂ ਦੀ ਕੋਈ ਐਡਾ ਕਿਸਾਨਾਂ ਨੂੰ ਫਾਇਦਾ ਨਹੀਂ ਹੈ, ਕੋਈ ਨਜ਼ਰ ਵੀ ਨਹੀਂ ਆ ਰਿਹਾ ਹੈਗਾ। ਹਾਂ, ਜਦੋਂ ਹੋਇਆ ਤਾਂ ਉਦੋਂ ਜ਼ਰੂਰ ਅਸੀਂ ਖੁਸ਼ ਹੋਵਾਂਗੇ। ਤੋਂ ਸਾਨੂੰ ਕੀ ਨੁਕਸਾਨ ਹੈ ਜੇਕਰ ਸਾਡੀ ਪਰਾਲੀ ਚੱਕੀ ਜਾਵੇ? ਅਸੀਂ ਕਿਰਾਏ ਤੋਂ ਵੀ ਬਚਾਂਗੇ, ਛੋਟਾ ਜ਼ਿਮੀਂਦਾਰ ਉਹ ਟਰੈਕਟਰ ਲੈਣ ਤੋਂ ਵੀ ਬਚੂਗਾ, ਕਰਜ਼ਾ ਚੜ੍ਹਨ ਤੋਂ ਬਚੂਗਾ। ਹੁਣ ਤਕਰੀਬਨ ਜਿਹੜਾ ਕੋਈ 5-4 ਕਿੱਲੇ ਵਾਲਾ ਹੈ ਉਹਨੂੰ ਵੀ ਗਲ ਫਰਾਹਾ ਲੈਣਾ ਪੈ ਰਿਹਾ। ਜੇ ਛੋਟਾ ਟਰੈਕਟਰ ਵੀ ਨਹੀਂ ਲਿਆ ਸਕਦਾ, ਉਹ 3 ਸਪੀਡ ਇਹਨੂੰ ਫਾਨਿਆਂ ਨੂੰ ਵਿੱਚ ਬਾਹੂਗਾ, 2 ਸਪੀਡ ਨਹੀਂ ਬਾਹ ਸਕਦਾ। 9 ਲੱਖ ਦਾ ਕਿੱਥੋਂ ਲੈ ਲੂਗਾ ਛੋਟਾ ਜ਼ਿਮੀਂਦਾਰ? ਹੁਣ ਫੈਕਟਰੀ ਨੇੜੇ ਦੀ ਪਰਾਲੀ ਚੱਕਣ ਦਾ ਕਾਰਨ ਕੀ ਦੱਸਦੇ, ਕਿਉਂ ਨਹੀਂ ਚੱਕ ਰਹੇ ਹੋ? ਇਹ ਤਾਂ ਜੀ ਜ਼ਿਆਦਾਤਰ ਜਵਾਬ ਤਾਂ ਹੁਣ ਫੈਕਟਰੀ ਵਾਲੇ ਦੇ ਸਕਦੇ, ਕਿਉਂ ਨਹੀਂ ਚੱਕ ਰਹੇ। ਪਰ ਕਿਸਾਨਾਂ ਨੂੰ ਜ਼ਰੂਰ ਰੋਸ ਹੈ ਇਸ ਵਾਸਤੇ ਵੀ ਸਾਡੇ ਪਿੰਡ ਦੀ ਜ਼ਮੀਨ, ਅਸੀਂ ਨੇ ਜ਼ਮੀਨ ਵੀ ਦਿੱਤੀ ਔਰ ਸਾਥ ਵੀ ਦੇ ਰਹੇ ਨੇ ਕਿਸਾਨ। ਪਹਿਲੇ ਦਿਨ ਤੋਂ ਜਦੋਂ ਵੀ ਫੈਕਟਰੀ ਲੱਗੀ ਹੈ ਉਦੋਂ ਤੋਂ ਜਿਹੜੇ ਵੀ ਆਪਣੀ ਰਜਿਸਟ੍ਰੇਸ਼ਨ ਕਰਦੇ ਨੇ ਉਹਨਾਂ 'ਚ ਨਾਂ ਵੀ ਲਿਖਾਉਂਦੇ ਨੇ। ਸ਼ਿਕਾਇਤ ਉਹ ਵੀ ਕਰੀ ਜਾਂਦੇ ਆ ਜੀ। ਕਿਉਂ ਕਰੀ ਜਾਂਦੇ ਆ? ਕਿਉਂ ਇਹ ਸ਼ਿਕਾਇਤਾਂ ਦਾ ਮੌਕਾ ਦਿੰਦੇ ਆ? ਜਿਹੜਾ ਦੀ ਰਜਿਸਟ੍ਰੇਸ਼ਨ ਹੈ ਉਹਨਾਂ ਹੀ ਤਾਂ ਪਹਿਲ ਕਰਨ, ਦੂਜਿਆਂ ਦੀ ਨਾ ਕਰਨ। ਹਾਂਜੀ ਸਰ, ਤੁਹਾਡਾ ਨਾਮ ਜੀ? हाँ जी, मेरा नाम पंकज जैन है जी। ਹਾਂਜੀ ਸਰ, ਤੁਹਾਡਾ ਨਾਮ ਤੇ ਡੈਜ਼ਿਗਨੇਸ਼ਨ ਸਰ? हाँ जी, मैं पंकज जैन हूँ। आई एम अ प्लांट हेड ऑफ वर्बियो इंडिया प्राइवेट लिमिटेड, जो फैक्ट्री भोटाल कलां है। सर, सीएम सर आए थे, उससे बाद कितनी क्वांटिटी आपने कितने गांव से जो पराली है लोगों की उठाई है किसानों की? हाँ जी, अभी तक जो हमारा कलेक्शन हो चुका है वो 11,000 टन हमने कलेक्ट कर लिया है, जो हमारा फंक्शन के बाद रहा है। 10,000 टन के आसपास हमने खुद की कलेक्शन है, जो हमने खुद की है अपनी मशीनों, अपनी मैन पावर से जी। और जो हमारे 2 एग्रीगेटर्स हैं उनसे कलेक्शन अभी स्टार्ट हुआ है, वो अभी 1-2 दिन हुए हैं, तो उससे 1,000 टन हमारे को वो कलेक्शन हो चुका है। तो मतलब कि हमें 11,000 टन तक की पराली अभी हमने इकट्ठी कर रखी है, जिसमें एरिया जो कवर हो चुका है ऑलमोस्ट अराउंड 5,000 एकड़ एरिया अंदाज़ा कवर हो चुका है। ਸਰ, ਅੱਜ ਦੇ ਸਮੇਂ 'ਚ ਕਿੰਨੀ ਕੰਪੈਸਿਟੀ ਦੇ ਜਿਹੜਾ ਬਾਇਓਗੈਸ ਪਲਾਂਟ ਚੱਲ ਰਿਹਾ ਹੈ? हाँ, आज के समय में हमारा जो 2 प्रोडक्ट्स हैं इसके प्लांट के, एक है गैस जिसे हम कहते हैं CBG, कंप्रेस्ड बायोगैस। जो गैस हम आज की डेट में 8 टन 8,000 किलो एक दिन में बना रहे हैं। और जो हमारा दूसरा प्रोडक्ट है मैन्योर, बायो मैन्योर, वो हम 150 से लेकर 200 टन पर डे बना रहे हैं। ਸਰ, ਜਿਹੜੇ ਨੇੜੇ ਦੇ ਕਿਸਾਨ ਨੇ ਫੈਕਟਰੀ ਦੇ, ਉਹਨਾਂ ਦਾ ਇਹ ਕਹਿਣਾ ਹੈਗਾ ਕਿ ਜਿਹੜੇ ਤੁਸੀਂ ਬਿਲਡਰ ਰਾਹੀਂ ਜਿਹੜਾ ਇਕੱਠਾ ਕਰਦੇ ਹੋ ਪਰਾਲੀ, ਤਾਂ ਛੋਟੇ ਕਿਸਾਨਾਂ ਦੀ ਨਹੀਂ ਕੀਤੀ ਜਾ ਰਹੀ, ਤਾਂ ਉਹ ਨਾਰਾਜ਼ ਹੋਣ ਦੇ ਚੱਲਦੇ ਜਿਹੜਾ ਸਿਵਲ ਬਰਮਿੰਗ ਦੇ ਕੇਸ ਵੀ ਲਗਾਤਾਰ बढ़ रहे हैं। हाँ जी, इसके अंदर क्या है कि जैसे जो भी किसान हमारे साथ जुड़े हैं, बेसिकली जो भी, जैसे हमारी खुद की एक ऐप है जिसके अंदर
जो किसान हमसे जुड़ना चाहते हैं, ठीक है, हम उनके फार्म्स पे विज़िट करते हैं, उनको रजिस्टर करते हैं अपनी ऐप में, और उसके बाद उनसे हमारा डेट का टाई अप होता है और उस समय हम बेलिंग, टेंडरिंग वगैरह सारी करते हैं। हमारा कोई भी ऐसा वो नहीं है कि हम किसी किसान को, कोई छोटा है या बड़ा, हमारे पास 1 एकड़ के भी फार्म है और 30 एकड़ के भी हैं और इससे बड़े भी हैं। तो ऐसा नहीं है कि हम, अगर कोई छोटे किसी का एरिया 1 एकड़ का है तो हमारे पास 1 एकड़ वाला किसान भी है अवेलेबल। रजिस्टर होने के बाद कलेक्ट करने में कितना टाइम लगता है? रजिस्टर होने के बाद जैसे क्या है कि आपको पता है, जैसे सभी किसानों को जल्दी रहती है, ठीक है, तो वो जो टाइम रहता है ऑलमोस्ट 4 से 6 दिन या 7 दिन तक का रजिस्टर होने के बाद रहता है, क्योंकि सभी जगह क्या है, हमारी टेंडरिंग, रेकिंग, बेलिंग सब प्रोसेस चल रहा होता है। क्योंकि ये जो पराली इकट्ठे करने का प्रोसेस है, ये जब पर्सन हमारे से रजिस्टर होता है उसके बाद 3 प्रोसेस होते हैं। एक होता है टेंडरिंग, ठीक है, एक होता है रेकिंग, एक होता है बेलिंग। ये प्रोसेस पूरा खुद फील्ड को शुरू से लेके, टेंडरिंग से लेके बेलिंग तक 7 दिन का प्रोसेस है पूरा। तो जिस दिन रजिस्टर करेंगे आपको मान के चलो 4 से 6 दिन वो लगेंगे, उसके बाद सारा पूरा फील्ड खाली करने में 7 दिन लगेंगे। मॉइस्चर का भी कोई इशू होता है कि किसान के खेत में अगर मॉइस्चर कम या ज़्यादा हो तो पराली नहीं उठाई जाएगी? जो मॉइस्चर अगर किसान के खेत में अगर ज़्यादा होता है, तो जैसे मैंने आपको बताया, हमारे पास मशीन है टेंडरिंग मशीन, जिसे हम टेंडरिंग मशीन कहते हैं। उस मशीन का पर्पस ये होता है कि जो पराली जो है उसका मॉइस्चर, जो नीचे पराली गिल्ली है, वो पराली को पलट देता है, और पराली को जब पलट देता है तो नीचे वाली जो लेयर गिल्ली है वो ऊपर आ जाती है और वो धूप में सूखने के कारण ड्राई हो जाती है। तो किसान को इसकी कोई टेंशन नहीं रहती है, वो उसको सुखाने का काम हमारी मशीन खुद करती है। उसके बाद कितने दिनों बाद उठाते हैं? मान के चलो आज आपने पलट दिया, हाँ, तो उसको वो डिपेंड करता है, वो माल कितना, मटेरियल जो है गिला कितना है। अगर मटेरियल 50% तक गिला है तो 2 दिन भी लग जाते हैं। अगर मटेरियल गिला है कम, 35-40% है, 35% तक उसका मॉइस्चर अगर आ रहा है, तो वो 1 दिन तो कम से कम लगता है, कम से कम। सर किसानों के पास ना समय थोड़ा होता है, मान के हाँ चलो जी। 10 दिन का समय होता है पराली उठाने का और गेहूं की फसल बीजने का। हाँ जी। तो इस प्रोसीजर में लगता नहीं कि आपके नज़दीक भी थोड़ी स्ट्रगल बर्निंग हो रही है, किसानों के पास वेट करने का समय नहीं है? किसानों के पास जी, हम मानते हैं कि वेट का जो एक इशू है, लेकिन आप मान के चलिए कि ये जो मशीनरी है, जो हमारा प्रोसेस है, क्योंकि हमें जो पराली इकट्ठी करने के बाद कंज्यूम भी करनी है, तो उसको कंज्यूम करने के लिए जो हमारे क्वालिटी के मापदंड है, उसके अंदर जैसे मॉइस्चर मापदंड है हमारा, वो सही होना चाहिए, ठीक है। अगर वो मॉइस्चर का मापदंड सही नहीं होगा और हम इकट्ठी करेंगे, तो हमारी मशीनें जो बेल बनाती हैं वो भी चोक होती हैं, और जहाँ पे हम पराली को कंज्यूम करेंगे वहाँ पे भी चोकिंग का दिक्कत रहती है। तो ये थोड़ा एक ऐसी सिचुएशन है कि जिसको थोड़ा डिफ़िकल्ट है, लेकिन हम इसीलिए हमने मशीनें भी सभी ली हैं अपनी, जिसमें मॉइस्चर भी कम हो, सब कुछ कम हो, ताकि किसान को ये ना हो कि खेत उसका थोड़ा गीला है तो हम ना ही उठाएंगे, ऐसा वो है। जो मुनियारे, कितने फार्मर रजिस्टर्ड हुए हैं और कितने पेंडिंग है अभी? हमारे पास अंदाज़ा 1800 से 2000 फार्मर्स रजिस्टर्ड हो चुके हैं सारे। और कोई अगर रजिस्टर करना चाहता है तो वो प्रोसेस है। अभी हमारे पास 1800 से 2000 जो हैं रजिस्टर्ड है। जो रजिस्टर्ड है इनकी खेतों से उठा ली गई है? इनकी खेतों से भी प्रोसेस में है जी। तो अभी भी हमारे लगातार, हमारे खुद के कंपनी के खुद के वर्बियों के 13 बेलर्स हैं जो लगातार कॉन्टीन्यूटी में चल रहे हैं, जो डेली अपना बेलिंग करते हैं। लास्ट क्वेश्चन है मेरा कि जो रजिस्ट्रेशन का आपका है प्रोसेस, इसके लिए आप कैंप वगैरह लगाते हैं या खुद फार्मर्स को मिलते हैं? और दूसरा कि एवरी ईयर रजिस्ट्रेशन करनी पड़ेगी या वन टाइम हो गया तो दोबारा जरूरत नहीं है? वन टाइम रजिस्ट्रेशन हो गया तो वो दोबारा ज़रूरत नहीं पड़ती, क्योंकि वो हमारी ऐप पर हम उसके बाद, जैसे सपोज़ किसी फार्मर ने हमारे से रजिस्टर कर दिया, मान लो इस बारी, तो हम उनको जाएंगे और इकट्ठा करेंगे। अगले साल भी हम फिर दोबारा जब इकट्ठी करनी है पराली, तब हम उनसे खुद कांटेक्ट करते हैं कि आप हमारे साथ रजिस्टर्ड हो, आपका एरिया हम इकट्ठा, मतलब पराली इकट्ठी करना चाहते हैं। तो उनको कुछ दोबारा हमें अप्रोच नहीं करना पड़ेगा, ताकि उनको कोई दिक्कत ना आए, ऐसा है। ਸਰ ਪਰਾਲੀ ਨੂੰ ਲੈ ਕੇ ਕਿੰਨੇ ਕੁ ਕਿਸਾਨਾਂ ਉੱਪਰ ਕੇਸ ਹੋਏ ਨੇ ਤੇ ਕਿੰਨਾ ਕੁ ਉਹਨਾਂ ਨੂੰ ਜੁਰਮਾਨਾ ਹੋਇਆ? ਇਸ ਵੇਲੇ ਜ਼ਿਲ੍ਹਾ ਸੰਗਰੂਰ ਦੀ ਗੱਲ ਕਰੀਏ, ਇਸ ਵੇਲੇ ਕੇਸ ਕੋਈ ਨਹੀਂ ਕੀਤਾ ਗਿਆ ਹੈ ਕਿਸੇ ਵੀ ਕਿਸਾਨ ਦੇ ਉੱਤੇ। ਪੰਜਾਬ ਸਰਕਾਰ ਦੀ ਜਿਹੜੀ ਹਿਦਾਇਤਾਂ ਹੈਗੀਆਂ ਰਿਗਾਰਡਿੰਗ ਕਿਸ ਤਰ੍ਹਾਂ ਕਰਨਾ ਹੈ, ਉਹ ਸਾਰੀ ਇਸ ਵੇਲੇ ਫੋਲੋ ਹੋ ਰਹੀ ਹੈ। ਅਵੇਅਰਨੈਸ ਕੈਂਪਸ ਲਾਏ ਜਾ ਰਹੇ, ਟੀਮਾਂ ਬਣਾਤੀਆਂ ਗਈਆਂ ਹੈਗੀਆਂ, ਜਿਹੜੀ ਸੁਪਰ ਸੀਡਰ, ਬੇਲਰਸ ਤੇ ਹੋਰ ਮਸ਼ੀਨਾਂ ਇਹਨੂੰ ਪਰਾਲੀ ਨੂੰ ਸਾਂਭਣ ਵਾਸਤੇ ਚਾਹੀਦੀਆਂ ਹੈਗੀਆਂ, ਉਹ ਵੀ ਮੁਹੱਈਆ ਕਰਾਈ ਗਈਆਂ। ਸਾਰੇ ਪੰਚਾਇਤਾਂ ਰਾਹੀਂ, ਕੋਆਪਰੇਟਿਵ ਸੁਸਾਇਟੀਜ਼ ਰਾਹੀਂ ਤੇ ਕਮੇਟੀਆਂ ਬਣਾ ਕੇ ਪਿੰਡਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਪਰਾਲੀ ਨੂੰ ਅੱਗ ਨਾ ਲਾਓ।
ਥੋੜ੍ਹਾ ਜਿਹਾ ਇਜ਼ਾਫਾ ਪਿਛਲੇ ਸਾਲ ਨਾਲੋਂ ਹੋਇਆ ਹੈ, ਪਰ ਇਹਦੇ ਵਿੱਚ ਜਿਹੜੀ ਮੁੱਢਲੀ ਗੱਲ ਹੈ ਉਹ ਇਹ ਹੈ ਕਿ ਇਸ ਤਰੀਕ ਤੱਕ ਅੱਜ ਤੱਕ ਆਪਣਾ ਲਗਭਗ 70 ਤੋਂ 72% ਏਰੀਆ ਜਿਹੜਾ ਹੈਗਾ ਉਹ ਹਾਰਵੈਸਟ ਹੋ ਚੁੱਕਿਆ ਹੈ, ਤੇ ਪਲੱਸ ਏਰੀਆ ਜਿਹੜਾ ਹੈਗਾ ਉਹਦੇ ਵਿੱਚ ਅੰਡਰ ਸਟੇਬਲ ਬਰਨਿੰਗ ਉਹਦੇ ਵਿੱਚ बढ़ोतरी ਨਹੀਂ ਹੈ, ਜਦਕਿ ਸਾਡਾ ਏਰੀਆ ਜਿਹੜਾ ਹੈ ਉਹ ਜ਼ਿਆਦਾ ਘਟ ਚੁੱਕਾ ਹੈ। ਤੇ ਮੈਂ ਸਾਰਿਆਂ ਨੂੰ ਅਪੀਲ ਕਰਦਾ, ਸਾਰੇ ਕਿਸਾਨਾਂ ਨੂੰ, ਕਿ ਉਹ ਪਰਾਲੀ ਨੂੰ ਅੱਗ ਨਾ ਲਾਉਣ ਤੇ ਜਿਹੜੀ ਸਰਕਾਰ ਵੱਲੋਂ ਜਿਹੜੀ ਮਸ਼ੀਨਰੀ ਦਿੱਤੀ ਗਈ ਹੈ ਉਹਨੂੰ ਵਰਤਣ। ਥੈਂਕ ਯੂ। ਜੇਕਰ ਕਿਸੇ ਕਿਸਾਨ ਨੇ ਅੱਗ ਲਗਾਈ ਪਰਾਲੀ ਨੂੰ, ਉਹਦੇ ਉੱਪਰ ਕੋਈ ਕਾਰਵਾਈ ਹੋਏਗੀ? ਜੀ ਐਜ਼ ਆਫ ਨਾਓ ਸਰਕਾਰ ਵੱਲੋਂ ਜਿਹੜੀ ਹਦਾਇਤਾਂ ਹੈਗੀਆਂ ਉਹਦੇ ਹਿਸਾਬ ਨਾਲ ਹੀ ਕੰਮ ਕਰ ਰਹੇ, ਕੋਈ FIR ਉਹਦੇ ਤੇ ਰਜਿਸਟਰ ਨਹੀਂ।